ਸਤਿ ਸ੍ਰੀ ਅਕਾਲ ਜੀ। ਮੈਂ ਹਾਂ ਤੁਹਾਡਾ ਭਾਈ ਵਚਿੱਤਰ। ਉੱਤਰ ਭਾਰਤ ਦੇ ਹਿਮਾਚਲ ਪ੍ਰਦੇਸ਼ ਦੇ ਮੈਂਡੀ ਵਿਖੇ ਊਨਾ ਤੋਂ 42 ਕਿਲੋਮੀਟਰ ਦੂਰ ਇੱਕ ਪ੍ਰਸਿੱਧ ਤਪੋਸਥਲੀ ਹੈ ਡੇਰਾ ਬਾਬਾ ਵਡਭਾਗ ਸਿੰਘ ਜੀ। ਇਸ ਦੀ ਗਿਣਤੀ ਉੱਤਰ ਭਾਰਤ ਦੇ ਪ੍ਰਸਿੱਧ ਤੀਰਥ ਸਥਲਾਂ ਵਿੱਚ ਆਉਂਦੀ ਹੈ। ਇਹ ਪਵਿੱਤਰ ਸਥਾਨ ਸੋਢੀ ਸੰਤ ਬਾਬਾ ਵਡਭਾਗ ਸਿੰਘ ਜੀ ਦੀ ਤਪੋਸਥਲੀ ਹੈ। ਡੇਰਾ ਬਾਬਾ ਵਡਭਾਗ ਸਿੰਘ ਜੀ ਵਿਖੇ ਹਰ ਸਾਲ ਲੱਖਾਂ ਲੋਕੀ ਆਪਣੀਆਂ ਮੰਨਤਾਂ ਲੈ ਕੇ ਆਉਂਦੇ ਨੇ ਤੇ ਬਾਬਾ ਜੀ ਦੇ ਆਸ਼ੀਰਵਾਦ ਨਾਲ ਝੋਲੀਆਂ ਭਰ ਕੇ ਜਾਂਦੇ ਨੇ। ਪੰਜਾਬ ਦੇ ਜ਼ਿਲ੍ਹਾ ਕਰਤਾਰਪੁਰ ਵਿਖੇ ਸਿੱਖ ਪਰਿਵਾਰ ਰਾਮ ਸਿੰਘ ਜੀ ਤੇ ਬੀਬੀ ਰਾਜਕੋਟ ਦੇ ਘਰ ਜਨਮ ਹੋਇਆ ਸੀ ਬਾਬਾ ਵਡਭਾਗ ਸਿੰਘ ਜੀ ਦਾ, ਤੇ ਇਹਨਾਂ ਦੀ ਇੱਕ ਭੈਣ ਸੀ ਬੀਬੀ ਪਾਣੀ ਜੀ। ਵਡਭਾਗ ਸਿੰਘ ਜੀ ਦਾ ਮਨ ਬਚਪਨ ਤੋਂ ਹੀ ਪਾਠ ਪੂਜਾ ਤੇ ਸਿਮਰਨ ਵਿੱਚ ਲੱਗਦਾ ਸੀ ਤੇ ਸੰਗਤਾਂ ਨੂੰ ਨਾਮ ਸਿਮਰਨ ਦਾ ਹੀ ਉਪਦੇਸ਼ ਦਿੰਦੇ ਸੀ। ਇਕਾਂਤ ਮਿਲਦੇ ਹੀ ਇਹਨਾਂ ਦਾ ਸਿਮਰਨ ਸ਼ੁਰੂ ਹੋ ਜਾਂਦਾ ਸੀ। ਸਿਮਰਨ ਤੇ ਤਪ ਰਾਹੀਂ ਜਲਦ ਹੀ ਬਾਬਾ ਜੀ ਕੋਲ ਸਿੱਧੀਆਂ ਆ ਗਈਆਂ ਸਨ। ਅੱਜ ਤੋਂ ਲਗਭਗ 300 ਸਾਲ ਪਹਿਲੇ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਤੇ 13ਵਾਂ ਹਮਲਾ ਕੀਤਾ, ਸੰਤ ਬਾਬਾ ਵਡਭਾਗ ਸਿੰਘ ਜੀ ਕਰਤਾਰਪੁਰ ਪੰਜਾਬ ਤੋਂ ਪਹਾੜੀ ਖੇਤਰ ਦੇ ਦਰਸ਼ਨੀ ਖੱਡ ਤੇ ਸਨ। ਉਸ ਸਮੇਂ ਇਹਨਾਂ ਨੇ ਅਬਦਾਲੀ ਦੀ ਅਫਗਾਨ ਫੌਜ ਨੂੰ ਉਸ ਖੱਡ ਦੇ ਨਜ਼ਦੀਕ ਵੇਖਿਆ ਤੇ ਬਾਬਾ ਜੀ ਨੇ ਆਪਣੀ ਆਧਿਆਤਮਿਕ ਸ਼ਕਤੀ ਸਿੱਧੀ ਨਾਲ ਖੱਡ ਵਿੱਚ ਜ਼ਬਰਦਸਤ ਬਾੜ ਲਿਆ ਦਿੱਤੀ ਤੇ ਅਫਗਾਨ ਫੌਜ ਦੇ ਜ਼ਿਆਦਾਤਰ ਸੈਨਿਕ ਇਸ ਬਾੜ ਵਿੱਚ ਬਹਿ ਗਏ ਤੇ ਬਚੇ ਹੋਏ ਸੈਨਿਕ ਵਾਪਸ ਚਲੇ ਗਏ। ਇਸ ਤੋਂ ਬਾਅਦ ਬਾਬਾ ਜੀ ਤਪ ਕਰਨ ਲਈ ਇਕਾਂਤ ਸਥਾਨ ਦੀ ਖੋਜ ਵਿੱਚ ਦਰਸ਼ਨੀ ਖੱਡ ਤੋਂ ਮੈਂਡੀ ਵਿੱਚ ਆ ਗਏ। ਉੱਥੇ ਇੱਕ ਇਕਾਂਤ ਸਥਾਨ ਦੇਖ ਕੇ ਇੱਕ ਬੇਰੀ ਹੇਠ ਤਪੱਸਿਆ ਵਿੱਚ ਲੀਨ ਹੋ ਗਏ। ਕਿਹਾ ਜਾਂਦਾ ਹੈ ਕਿ ਉਦੋਂ ਉਸ ਸਥਾਨ ਤੇ ਕੋਈ ਬਸਤੀ ਨਹੀਂ ਸੀ। ਇੱਕ ਪ੍ਰੇਤ ਆਤਮਾ ਦਾ ਇਸ ਪੂਰੇ ਖੇਤਰ ਤੇ ਆਂਤਕ ਛਾਇਆ ਹੋਇਆ ਸੀ। ਕੋਈ ਵੀ ਇਸ ਖੇਤਰ 'ਚ ਪ੍ਰਵੇਸ਼ ਕਰਦਾ ਸੀ ਤੇ ਉਹ ਪ੍ਰੇਤ ਆਤਮਾ ਉਹਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦੀ ਸੀ ਤੇ ਉਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਯਾਤਨਾਵਾਂ ਦਿੰਦੀ ਸੀ। ਇਸ ਪ੍ਰੇਤ ਆਤਮਾ ਨੇ ਇਲਾਕੇ ਵਿੱਚ ਕਈ ਲੋਕਾਂ ਨੂੰ ਪਾਗਲ ਤੇ ਬਿਮਾਰ ਕਰਕੇ ਆਪਣੇ ਵਸ਼ ਵਿੱਚ ਕੀਤਾ ਹੋਇਆ ਸੀ। ਜਦੋਂ ਬਾਬਾ ਜੀ ਤਪੱਸਿਆ ਵਿੱਚ ਲੀਨ ਸੀ ਤੇ ਇਸ ਪ੍ਰੇਤ ਆਤਮਾ ਨੇ ਬਾਬਾ ਜੀ ਨੂੰ ਵੀ ਆਪਣੇ ਵਸ਼ ਵਿੱਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਸਫਲਤਾ ਨਹੀਂ ਮਿਲੀ। ਪ੍ਰੇਤ ਆਤਮਾ ਦੇ ਬਾਰ-ਬਾਰ ਬਾਬਾ ਜੀ ਦੀ ਤਪੱਸਿਆ ਭੰਗ ਕਰਨ ਕਰਕੇ ਬਾਬਾ ਜੀ ਤੇ ਪ੍ਰੇਤ ਆਤਮਾ ਵਿਚਕਾਰ ਜ਼ੋਰਦਾਰ ਜੰਗ ਸ਼ੁਰੂ ਹੋ ਗਈ। ਪ੍ਰੇਤ ਆਤਮਾ ਨੇ ਬਾਬਾ ਜੀ ਉੱਪਰ ਬਾਰਿਸ਼ ਅੰਧੜ ਛੋੜ ਦਿੱਤੇ ਤੇ ਇੱਟ ਪੱਥਰ ਬਰਸਾਉਣ ਲੱਗ ਗਿਆ। ਇਸ ਭਿਅੰਕਰ ਜੰਗ ਵਿੱਚ ਬਾਬਾ ਜੀ ਨੇ ਪ੍ਰੇਤ ਆਤਮਾ ਨੂੰ ਚਿੱਤ ਕਰ ਦਿੱਤਾ ਤੇ ਇਸ ਆਤਮਾ ਨੂੰ ਬੱਚੇ ਦਾ ਰੂਪ ਦੇ ਕੇ ਇੱਕ ਪਿੰਜਰੇ ਵਿੱਚ ਕੈਦ ਕਰ ਦਿੱਤਾ ਤੇ ਬਾਬਾ ਜੀ ਨੇ ਇਸ ਆਤਮਾ ਤੋਂ ਪੁੱਛਿਆ, ਕੌਣ ਹੈ ਤੂੰ? ਮੇਰੇ ਤਪ ਵਿੱਚ ਭੰਗ ਕਿਉਂ ਪਾ ਰਿਹਾ ਸੀ? ਮੈਨੂੰ ਪਰੇਸ਼ਾਨ ਕਿਉਂ ਕਰ ਰਿਹਾ ਸੀ? ਪ੍ਰੇਤ ਆਤਮਾ ਨੇ ਦੱਸਿਆ ਕਿ ਉਹ ਨਾਰ ਸਿੰਘ ਹੈ। ਪਿੰਜਰੇ 'ਚ ਬੰਦ ਨਾਰ ਸਿੰਘ ਬਾਬਾ ਜੀ ਤੋਂ ਆਪਣੀ ਜਾਨ ਬਖਸ਼ਾਉਣ ਲਈ ਫਰਿਆਦ ਕਰਨ ਲੱਗਿਆ ਤੇ ਬਾਬਾ ਜੀ ਨੇ ਨਾਰ ਸਿੰਘ ਨੂੰ ਕਿਹਾ, ਨਾਰ ਸਿੰਘ, ਮੈਂ ਤੇਰੀ ਜਾਨ ਨਹੀਂ ਲਵਾਂਗਾ, ਪਰ ਤੂੰ ਵੀ ਮੈਨੂੰ ਵਚਨ ਦੇ ਕਿ ਤੂੰ ਇਸ ਡੇਰੇ ਆਉਣ ਵਾਲੇ ਸੰਗਤਾਂ ਦੇ ਦੁੱਖ ਦਰਦ ਦੂਰ ਕਰੇਗਾ, ਉਹਨਾਂ ਨੂੰ ਸਤਾਏਗਾ ਨਹੀਂ। ਉਹ ਜੋ ਵੀ ਮੰਨਤਾਂ ਲੈ ਕੇ ਆਣਗੇ ਤੂੰ ਉਹਨਾਂ ਦੀਆਂ ਸਾਰੀਆਂ ਮੰਨਤਾਂ ਨੂੰ ਪੂਰੀਆਂ ਕਰੇਗਾ, ਦੀਨ ਦੁਖੀਆਂ ਦੀ ਮਦਦ ਕਰੇਗਾ, ਪ੍ਰੇਤ ਆਤਮਾਵਾਂ ਨਾਲ ਗ੍ਰਸਤ ਲੋਕਾਂ ਦਾ ਇਲਾਜ ਕਰੇਗਾ। ਨਾਰ ਸਿੰਘ ਨੇ ਬਾਬਾ ਜੀ ਦੀ ਗੱਲ ਮੰਨ ਲਈ ਤੇ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਲੱਗ ਗਏ। ਲੋਕਾਂ ਦੀਆਂ ਮੰਨਤਾਂ ਪੂਰੀਆਂ ਹੋਣ ਲੱਗ ਗਈਆਂ ਤੇ ਬਾਬਾ ਜੀ ਖੁਦ ਤਪੱਸਿਆ ਵਿੱਚ ਲੀਨ ਹੋ ਗਏ। ਕਿਹਾ ਜਾਂਦਾ ਹੈ ਕਿ ਬਾਬਾ ਜੀ ਸਮਾਧੀ ਲੈ ਲੈਂਦੇ ਸੀ ਤੇ ਆਪਣੇ ਸਰੀਰ ਨੂੰ ਧਰਤੀ ਤੇ ਛੱਡ ਕੇ ਆਪਣੀ ਆਤਮਾ ਨੂੰ ਸਵਰਗ ਲੋਕ ਵਿੱਚ ਲੈ ਜਾਇਆ ਕਰਦੇ ਸਨ। ਕੁਝ ਸਮੇਂ ਬਾਅਦ ਵਾਪਿਸ ਆ ਕੇ ਆਪਣੇ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੇ ਸਨ। ਬਾਬਾ ਵਡਭਾਗ ਸਿੰਘ ਜੀ ਦੀ ਇਹ ਕਥਾ ਪ੍ਰਸਿੱਧ ਹੈ ਕਿ ਇੱਕ ਵਾਰ ਬਾਬਾ ਜੀ ਨੇ ਪਰਿਵਾਰ ਵਾਲਿਆਂ ਨੂੰ ਸਮਝਾਇਆ ਕਿ ਮੈਂ ਸਮਾਧੀ 'ਚ ਜਾ ਰਿਹਾ ਹਾਂ ਤੇ ਕਿਸੇ ਨੂੰ ਵੀ ਇਸ ਸਥਾਨ ਤੇ ਆਉਣ ਦੀ ਇਜਾਜ਼ਤ ਨਹੀਂ ਹੈ ਤੇ ਨਾ ਹੀ ਮੇਰੇ ਸਰੀਰ ਨੂੰ ਕੋਈ ਛੂਏਗਾ। ਪਰਿਵਾਰ ਨੂੰ ਹਿਦਾਇਤ ਦੇ ਕੇ ਉਸ ਸਥਾਨ ਦੇ ਦੁਆਰ ਬੰਦ ਕਰਵਾ ਕੇ ਬਾਬਾ ਜੀ ਨੇ ਸਮਾਧੀ ਲੈ ਲਿੱਤੀ ਤੇ ਆਪਣੇ ਸਰੀਰ ਨੂੰ ਛੱਡ ਕੇ ਆਪਣੀ ਆਤਮਾ ਨੂੰ ਸਵਰਗ ਲੋਕ ਲੈ ਗਏ ਤੇ ਕਾਫੀ ਦਿਨਾਂ ਤੱਕ ਵਾਪਿਸ ਨਹੀਂ ਆਏ। ਉਹਨਾਂ ਦੇ ਪਰਿਵਾਰ ਵਾਲਿਆਂ ਨੇ ਮ੍ਰਿਤ ਜਾਣ ਕੇ ਉਹਨਾਂ ਦੇ ਸਰੀਰ ਦਾ ਅੰਤਿਮ ਸੰਸਕਾਰ ਕਰ ਦਿੱਤਾ। ਕਾਫੀ ਦਿਨਾਂ ਬਾਅਦ ਬਾਬਾ ਜੀ ਦੀ ਆਤਮਾ ਸਰੀਰ ਵਿੱਚ ਪ੍ਰਵੇਸ਼ ਕਰਨ ਆਈ ਤੇ ਸਰੀਰ ਨਾ ਪਾ ਕੇ ਕਾਫੀ ਨਿਰਾਸ਼ ਹੋ ਗਈ। ਪਰਿਵਾਰ ਜਨਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤੇ ਉਹ ਆਪਣੇ ਕੀਤੇ ਤੇ ਪਛਤਾਣ ਲੱਗ ਗਏ। ਬਾਬਾ ਜੀ ਨੇ ਵੇਖਿਆ ਕਿ ਉਹਨਾਂ ਦੀ ਧਰਮ ਪਤਨੀ
ਦੁੱਖ ਤੇ ਵਿਯੋਗ ਵਿੱਚ ਬਹੁਤ ਵਿਲਾਪ ਕਰ ਰਹੀ ਹੈ। ਉਹਨਾਂ ਦੀ ਇਹ ਹਾਲਤ ਵੇਖ ਕੇ ਬਾਬਾ ਜੀ ਨੂੰ ਉਹਨਾਂ ਤੇ ਦਇਆ ਆ ਗਈ ਤੇ ਇੱਕ ਸ਼ਰਤ ਤੇ ਆਪਣੀ ਧਰਮ ਪਤਨੀ ਨੂੰ ਰੋਜ਼ ਮਿਲਣ ਦਾ ਵਚਨ ਦੇ ਦਿੱਤਾ ਕਿ ਉਹ ਰੋਜ਼ ਆਪਣੇ ਵਿਹੜੇ ਗੋਬਰ ਦਾ ਲੇਪ ਕਰੇਗੀ ਤੇ ਜਦੋਂ ਤੱਕ ਗੋਬਰ ਦਾ ਲੇਪ ਸੁੱਕੇਗਾ ਨਹੀਂ ਤਦ ਤੱਕ ਬਾਬਾ ਜੀ ਦੀ ਆਤਮਾ ਆਪਣੀ ਧਰਮ ਪਤਨੀ ਦੇ ਨਾਲ ਰਹੇਗੀ। ਲੰਬੇ ਸਮਾਂ ਤੱਕ ਇਹ ਸਿਲਸਿਲਾ ਚੱਲਦਾ ਰਿਹਾ, ਪਰ ਜਦੋਂ ਗਰਮੀਆਂ ਦਾ ਮੌਸਮ ਆਇਆ ਤੇ ਗੋਬਰ ਜਲਦੀ ਸੁੱਕਣ ਲੱਗ ਗਿਆ ਤੇ ਇਸ ਕਰਕੇ ਬਾਬਾ ਜੀ ਦੀ ਆਤਮਾ ਵੀ ਜਲਦੀ ਜਾਣ ਲੱਗ ਗਈ। ਇਹਨਾਂ ਦੀ ਪਤਨੀ ਤੋਂ ਇਹ ਵਿਛੋੜਾ ਸਹਿਨ ਨਹੀਂ ਹੋ ਰਿਹਾ ਸੀ ਤੇ ਇਸ ਕਰਕੇ ਉਹਨਾਂ ਦੀ ਪਤਨੀ ਨੇ ਗੋਬਰ ਵਿੱਚ ਲੇਸ ਮਿਲਾ ਕੇ ਵਿਹੜੇ ਵਿੱਚ ਗੋਬਰ ਦਾ ਲੇਪ ਕਰ ਦਿੱਤਾ ਤਾਂ ਕਿ ਗੋਬਰ ਜਲਦੀ ਨਾ ਸੁੱਕੇ ਤੇ ਕਾਫੀ ਸਮੇਂ ਤੱਕ ਗਿੱਲਾ ਰਹੇ। ਬਾਬਾ ਜੀ ਦੀ ਆਤਮਾ ਆਪਣੀ ਧਰਮ ਪਤਨੀ ਦੇ ਇਸ ਕਰਮ ਨੂੰ ਵੇਖ ਕੇ ਨਿਰਾਸ਼ ਹੋ ਗਈ ਤੇ ਫੈਸਲਾ ਲਿੱਤਾ ਕਿ ਉਹ ਅੱਜ ਤੋਂ ਬਾਅਦ ਆਪਣੀ ਧਰਮ ਪਤਨੀ ਨਾਲ ਨਹੀਂ ਮਿਲਣਗੇ। ਜਦੋਂ ਪਤਨੀ ਨੂੰ ਇਸ ਫੈਸਲੇ ਬਾਰੇ ਦੱਸਿਆ ਤੇ ਇਹਨਾਂ ਦੀ ਪਤਨੀ ਨੇ ਵਿਲਾਪ ਸ਼ੁਰੂ ਕਰ ਦਿੱਤਾ ਤੇ ਆਪਣੀ ਗਲਤੀ ਮੰਨਦੇ ਹੋਏ ਬਾਬਾ ਜੀ ਤੋਂ क्षमा ਮੰਗਣ ਲੱਗ ਗਈ ਤੇ ਬਾਬਾ ਜੀ ਤੋਂ ਫੈਸਲਾ ਬਦਲਣ ਦੀ ਫਰਿਆਦ ਕਰਨ ਲੱਗ ਗਈ। ਪਤਨੀ ਦੀ ਫਰਿਆਦ ਤੇ ਵਿਲਾਪ ਨੂੰ ਵੇਖ ਕੇ ਬਾਬਾ ਜੀ ਦਾ ਹਿਰਦਾ ਦਰਵਿਤ ਹੋ ਗਿਆ ਤੇ ਉਹਨਾਂ ਨੇ ਆਪਣੀ ਧਰਮ ਪਤਨੀ ਨੂੰ ਵਚਨ ਦਿੱਤਾ ਕਿ ਹੁਣ ਉਹ ਪੂਰਾ ਸਮਾਂ ਮੈਂਡੀ ਵਿਖੇ ਹੀ ਰਹਿਣਗੇ ਤੇ ਉਹ ਖੁਦ ਭੂਤ ਪ੍ਰੇਤ ਆਤਮਾਵਾਂ ਤੋਂ ਗ੍ਰਸਤ ਲੋਕਾਂ ਨੂੰ ਭੂਤ ਪ੍ਰੇਤਾਂ ਤੋਂ ਮੁਕਤੀ ਦਿਲਾਣਗੇ। ਉਦੋਂ ਤੋਂ ਹੀ ਇਸ ਧਾਰਨਾ ਨਾਲ ਲੱਖਾਂ ਲੋਕੀ ਇੱਥੇ ਆਉਂਦੇ ਨੇ ਤੇ ਆਪਣੇ ਦੁੱਖਾਂ ਦਾ ਨਿਵਾਰਨ ਕਰਵਾ ਕੇ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਜਾਂਦੇ ਨੇ। ਜਿਸ ਸਥਾਨ ਤੇ ਗੁਰਦੁਆਰਾ ਸਥਿਤ ਹੈ ਉਸ ਸਥਾਨ ਨੂੰ ਮੈਂਡੀ ਕਿਹਾ ਜਾਂਦਾ ਹੈ ਤੇ ਜਿਸ ਸਥਾਨ ਤੇ ਬਾਬਾ ਜੀ ਨੇ ਤਪੱਸਿਆ ਕੀਤੀ ਸੀ ਉਹਨੂੰ ਮੰਜੀ ਸਾਹਿਬ ਕਿਹਾ ਜਾਂਦਾ ਹੈ। ਹਰ ਸਾਲ ਹੋਲੀ ਦੇ ਦਿਨ ਮੈਂਡੀ ਵਿੱਚ 10 ਦਿਨਾਂ ਦਾ ਹੋਲੀ ਮੇਲਾ ਲੱਗਦਾ ਹੈ। ਸਮੁੱਚੇ ਉੱਤਰ ਭਾਰਤ, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਆਦਿ ਰਾਜਾਂ ਤੋਂ ਲੱਖਾਂ ਲੋਕੀ ਭੂਤ ਪ੍ਰੇਤ ਤੇ ਦੁਸ਼ਟ ਆਤਮਾਵਾਂ ਤੋਂ ਛੁਟਕਾਰਾ ਪਾਉਣ ਲਈ ਇੱਥੇ ਆਉਂਦੇ ਨੇ। ਇਸ ਤਰ੍ਹਾਂ ਦੇ ਬਾਹਰੋਂ ਆਏ ਲੋਕੀ ਇੱਥੇ ਟੋਲੀਆਂ ਬਣਾ ਕੇ ਬੈਠ ਜਾਂਦੇ ਨੇ ਤੇ ਉੱਥੇ ਇਹਨਾਂ ਦਾ ਇਲਾਜ ਕੀਤਾ ਜਾਂਦਾ ਹੈ। ਜੋ ਲੋਕ ਭੂਤ ਪ੍ਰੇਤ ਆਤਮਾਵਾਂ ਨੂੰ ਨਿਕਾਲਣ ਦਾ ਕੰਮ ਕਰਦੇ ਨੇ ਉਹਨਾਂ ਨੂੰ ਮਸੰਦ ਕਿਹਾ ਜਾਂਦਾ ਹੈ ਤੇ ਜੋ ਭੂਤ ਪ੍ਰੇਤ ਆਤਮਾਵਾਂ ਨਾਲ ਗ੍ਰਸਤ ਹੁੰਦੇ ਨੇ ਉਹਨਾਂ ਨੂੰ ਡੋਲੀ ਕਿਹਾ ਜਾਂਦਾ ਹੈ। ਇਹ ਮਸੰਦ ਟੋਲੀਆਂ ਵਿੱਚ ਬੈਠੇ ਰੋਗੀਆਂ ਦੀ ਦੁਸ਼ਟ ਆਤਮਾਵਾਂ ਨੂੰ ਉਹਨਾਂ ਦੇ ਸਰੀਰ ਤੋਂ ਨਿਕਾਲਦੇ ਨੇ ਤੇ ਪਵਿੱਤਰ ਚਰਨ ਗੰਗਾ ਵਿੱਚ ਇਸ਼ਨਾਨ ਕਰਵਾਉਂਦੇ ਨੇ। ਐਸਾ ਵਿਸ਼ਵਾਸ ਹੈ ਕਿ ਮੈਂਡੀ ਦੇ ਇਸ ਸਥਾਨ ਤੇ ਸਰੀਰ ਚੋਂ ਭੂਤ ਪ੍ਰੇਤ ਆਤਮਾਵਾਂ ਨੂੰ ਨਿਕਾਲ ਜਾਣ ਤੋਂ ਬਾਅਦ ਕਦੀ ਵੀ ਉਹ ਦੁਸ਼ਟ ਆਤਮਾ ਦੁਬਾਰਾ ਉਸ ਸਰੀਰ ਵਿੱਚ ਪ੍ਰਵੇਸ਼ ਨਹੀਂ ਕਰਦੀ। ਮੈਂਡੀ ਦੀ ਚਰਨ ਗੰਗਾ ਦੇ ਸਥਾਨ ਨੂੰ ਵੀ ਸ਼ੁਭ ਮੰਨਿਆ ਜਾਂਦਾ ਹੈ। ਚਰਨ ਗੰਗਾ ਤੇ ਇਸ਼ਨਾਨ ਕਰਨ ਲਈ ਹਜ਼ਾਰਾਂ ਲੋਕ ਆਉਂਦੇ ਨੇ। ਇਹ ਮੰਨਿਆ ਜਾਂਦਾ ਹੈ ਕਿ ਇਸ ਪਾਣੀ ਨੂੰ ਪੀਣ ਤੇ ਇਸ ਪਾਣੀ ਦੇ ਇਸ਼ਨਾਨ ਨਾਲ ਸਰੀਰ ਦੇ ਕਈ ਵਿਕਾਰ ਸਵੈਤଃ ਖਤਮ ਹੋ ਜਾਂਦੇ ਨੇ। ਜਿਸ ਬੇਰੀ ਹੇਠ ਬਾਬਾ ਜੀ ਨੇ ਤਪ ਕੀਤਾ ਸੀ ਉਹ ਅੱਜ ਵੀ ਡੇਰਾ ਬਾਬਾ ਵਡਭਾਗ ਸਿੰਘ ਜੀ ਵਿਖੇ ਬੇਰੀ ਸਾਹਿਬ ਸੁਸ਼ੋਭਿਤ ਨੇ। ਕਹਿੰਦੇ ਨੇ ਕਿ ਹੋਲੀ ਵਾਲੇ ਦਿਨ ਬੇਰੀ ਸਾਹਿਬ ਦੇ ਨਿਸ਼ਾਨ ਸਾਹਿਬ ਚੜਾਏ ਜਾਣ ਤੋਂ ਬਾਅਦ ਰਾਤ ਨੂੰ ਆਟਾ, ਗੁੜ ਤੇ ਦੇਸੀ ਘਿਓ ਦਾ ਪ੍ਰਸਾਦ ਤਿਆਰ ਕਰਕੇ ਰੱਖਿਆ ਜਾਂਦਾ ਹੈ, ਜਿਸ ਤੇ ਅਗਲੇ ਦਿਨ ਬਾਬਾ ਜੀ ਦੇ ਹੱਥ ਦੀ ਛਾਪ ਆ ਜਾਂਦੀ ਹੈ, ਜਿਸ ਨੂੰ ਪੰਜੇ ਦਾ ਪ੍ਰਸ਼ਾਦ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇਸ ਖੇਤਰ ਦੇ ਗੁਰਦੁਆਰਾ ਮੰਜੀ ਸਾਹਿਬ, ਕੁੱਜਾਸਰ, ਚਰਨ ਗੰਗਾ, ਧੌਲੀ ਧਾਰ ਤੇ ਮੰਦਿਰ ਵੀਰਨਾਰ ਸਿੰਘ ਜੀ ਦੇ ਭਗਤਾਂ ਦੀ ਆਸਥਾ ਦਾ ਕੇਂਦਰ ਰਹਿੰਦੇ ਨੇ। ਪੰਜੇ ਦਾ ਪ੍ਰਸਾਦ ਸੰਗਤਾਂ ਵਿੱਚ ਵਰਤਾਇਆ ਜਾਂਦਾ ਹੈ। ਇਸ ਧਾਰਮਿਕ ਸਥਲ ਦੀ ਦੇਖ-ਰੇਖ ਦਾ ਸਾਰਾ ਕੰਮ ਇੱਥੋਂ ਦੀ ਇੱਕ ਕਮੇਟੀ ਕਾਫੀ ਮੁਸਤੈਦੀ ਨਾਲ ਕਰਦੀ ਹੈ। ਇੱਥੇ ਆਉਣ ਵਾਲੇ ਭਗਤਾਂ ਦੇ ਠਹਿਰਨ ਲਈ 4 ਮੰਜ਼ਿਲਾ ਸਰਾਏ ਦਾ ਨਿਰਮਾਣ ਕਰਵਾਇਆ ਗਿਆ ਹੈ। ਇਸ ਵਿੱਚ ਭਗਤਾਂ ਨੂੰ ਮੁਫਤ ਲੰਗਰ ਵਰਤਾਇਆ ਜਾਂਦਾ ਹੈ। ਮੇਲੇ ਦੇ ਦੌਰਾਨ ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਕਾਫੀ ਮਿਹਨਤ ਕਰਦਾ ਹੈ। ਤੇ ਇਹ ਸਨ ਡੇਰਾ ਬਾਬਾ ਵਡਭਾਗ ਸਿੰਘ ਜੀ ਬਾਰੇ ਥੋੜ੍ਹੀ ਜਿਹੀ ਜਾਣਕਾਰੀ। ਤੁਹਾਡੇ ਕਿਸੇ ਕੰਮ ਆਵੇ ਤੇ ਮੈਨੂੰ ਬੜੀ ਖੁਸ਼ੀ ਹੋਵੇਗੀ। ਸਤਿ ਸ੍ਰੀ ਅਕਾਲ। ਧੰਨ ਧੰਨ ਸ਼੍ਰੀ ਬਾਬਾ ਵਡਭਾਗ ਸਿੰਘ ਜੀ। ਧੰਨ ਧੰਨ ਸ਼੍ਰੀ ਬਾਬਾ ਵਡਭਾਗ ਸਿੰਘ ਜੀ। ਧੰਨ ਧੰਨ ਸ਼੍ਰੀ ਬਾਬਾ ਵਡਭਾਗ ਸਿੰਘ ਜੀ।